ਹੈਲੋ एवरीवन। ਜੋ ਅੱਜ ਦੀ ਵੀਡੀਓ ਹੈ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਕਿ ਰਾਈਟਿੰਗ ਟਾਸਕ 2 ਦੇ ਵਿੱਚ ਜੋ ਟਾਈਪ 2 ਵਾਲੇ ਐਸੇਸ ਹੁੰਦੇ ਨੇ ਜਿਹੜੇ ਕਿ ਨੇ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ। ਉਸ ਐਸੇ ਦਾ ਕੀ ਐਕਚੁਅਲ ਫਾਰਮੈਟ ਆਪਾਂ ਬਣਾ ਸਕਦੇ ਹਾਂ ਜੋ ਕਿ ਈਜ਼ੀ ਵੀ ਹੈ, ਐਕੈਡੈਮਿਕ ਵਾਲਿਆਂ ਲਈ ਵੀ ਅੱਛਾ ਹੈ ਤੇ ਜਨਰਲ ਵਾਲਿਆਂ ਲਈ ਵੀ। ਇਸ ਪੈਟਰਨ ਇਸ ਫਾਰਮੈਟ ਤੋਂ ਤੁਹਾਨੂੰ ਇਹ ਕਲੀਅਰ ਹੋ ਜਾਏਗਾ ਕਿ ਕਿਹੜੀ ਤਰੀਕੇ ਨਾਲ ਆਪਾਂ ਐਸੇ ਲਿਖਣਾ ਹੁੰਦਾ। ਬਾਕੀ ਬਸ ਆਪਣੇ ਆਈਡੀਆਜ਼ ਫਿਲ ਕਰਨੇ ਹੋਣਗੇ। ਫਾਰਮੈਟ ਤੁਸੀਂ ਇਹ ਵਾਲਾ ਹਰ ਤਰੀਕੇ ਨਾਲ ਬਹੁਤ ਵਿਊਜ਼ ਐਂਡ ਓਪੀਨੀਅਨ ਵਾਲੇ ਐਸੇ 'ਚ ਅਪਲਾਈ ਕਰ ਸਕਦੇ ਹੋ। ਤਾਂ ਆਪਾਂ ਸਟਾਰਟ ਕਰਦੇ ਹਾਂ। क्वेश्चन किमें आ सकता है अगर बोथ व्यूज एंड गिव योर ओपीनियन वाले क्वेश्चन की गल करें आप। क्वेश्चन जिमें है सम पीपल थिंक दैट पेरेंट्स आर रिस्पॉन्सिबल फॉर द चिल्ड्रंस बैड बिहेवियर, अदर्स से दैट who's are responsible। डिस्कस बोथ व्यूज एंड गिव योर ओपीनियन। ਹੁਣ ਇਹ ਵਾਲੇ ਕੁਐਸਚਨ ਦੇ ਵਿੱਚ ਦੋ ਵਿਊਜ਼ ਨੇ। ਕੁਝ ਪੀਪਲ ਸੋਚਦੇ ਨੇ ਕਿ ਪੇਰੈਂਟਸ ਰਿਸਪੌਂਸਿਬਲ ਹੈ ਚਿਲਡਰਨ ਦੇ ਬੈਡ ਬਿਹੇਵੀਅਰ ਲਈ ਐਂਡ ਕੁਝ ਸੋਚਦੇ ਸਕੂਲਸ ਰਿਸਪੌਂਸਿਬਲ ਹੈ। ਆਪਾਂ ਦੋਨੋਂ ਹੀ ਡਿਸਕਸ ਕਰਨੇ ਆ ਪਲੱਸ ਆਪਣਾ ਓਪੀਨੀਅਨ ਨਾਲ ਦੇਣਾ ਹੈ। ਕੋਈ ਓਪੀਨੀਅਨ ਬੇਸਡ ਐਸੇ ਹੈ, ਕੋਈ ਵੀ ਐਸੇ ਆਪਾਂ ਕਰਦੇ ਹਾਂ ਉਹਨੂੰ ਜਦੋਂ ਵੀ ਸਟਾਰਟ ਕਰਦੇ ਹਾਂ ਪਹਿਲਾਂ ਆਪਾਂ ਲਿਖਦੇ ਹਾਂ ਇੰਟਰੋਡਕਸ਼ਨ, ਫਿਰ ਆਪਾਂ ਲਿਖਦੇ ਹਾਂ ਪੈਰਾਗ੍ਰਾਫਸ ਜਿਹਨੂੰ ਕਹਿੰਦੇ ਬੋਡੀ ਪੈਰਾਗ੍ਰਾਫਸ, ਤੇ ਫਿਰ ਆਪਾਂ ਮੈਂਸ਼ਨ ਕਰਦੇ ਹਾਂ ਕਨਕਲੂਜਨ। ਇੰਟਰੋਡਕਸ਼ਨ ਇਜ਼ ਅ ਮੇਨ ਪਾਰਟ ਕਿਉਂਕਿ ਜਦੋਂ ਆਪਾਂ ਸਟਾਰਟ ਕਰਦੇ ਹਾਂ ਆਪਣੀ ਇੰਟਰੋਡਕਸ਼ਨ ਤੋਂ ਆਪਣੀ ਚੀਜ਼ਾਂ ਸਟਾਰਟ ਹੁੰਦੀਆਂ ਤਾਂ ਉਹਨੂੰ ਇਸ ਫਾਰਮੈਟ 'ਚ ਅਗਰ ਆਪਾਂ ਲਿਖਾਂਗੇ ਤਾਂ ਆਪਾਂ ਹਰ ਚੀਜ਼ ਕੰਪਲੀਟ ਲਿਖਾਂਗੇ ਜੋ ਵੀ ਆਇਲਸ ਦੇ ਐਸੇ 'ਚ ਡਿਮਾਂਡ ਹੁੰਦੀ ਹੈ। ਇੰਟਰੋਡਕਸ਼ਨ ਲਿਖਣ ਤੋਂ ਬਾਅਦ ਆਪਣੇ ਕੋਲ ਆਪਸ਼ਨਸ ਹੁੰਦੇ ਆ। ਆਪਾਂ 2 ਬੋਡੀ ਪੈਰਾਗ੍ਰਾਫਸ ਬਣਾ ਸਕਦੇ ਹਾਂ ਅਤੇ ਆਪਾਂ 3 ਵੀ ਬਣਾ ਸਕਦੇ ਹਾਂ। ਆਪਣੇ 'ਤੇ ਡਿਪੈਂਡ ਕਰਦਾ ਕਿ ਆਪਣੇ ਕੋਲ ਕਿੰਨੇ ਵਿਊਜ਼ ਨੇ, ਉਹਦੇ ਅਕੋਰਡਿੰਗ ਆਪਾਂ 2 ਔਰ 3 ਬੋਡੀ ਪੈਰਾਗ੍ਰਾਫਸ ਬਣਾ ਸਕਦੇ ਹਾਂ। ਐਂਡ ਜੋ ਲਾਸਟ ਹੁੰਦਾ ਕਨਕਲੂਜਨ ਉਹਦਾ ਵੀ ਇੱਕ ਆਪਣਾ ਇੱਕ ਫਾਰਮੈਟ ਹੁੰਦਾ। ਆਪਾਂ ਸਟਾਰਟ ਕਰਨ ਜਾ ਰਹੇ ਇੰਟਰੋਡਕਸ਼ਨ ਦੇ ਫਾਰਮੈਟ ਤੋਂ। ਬੇਸਿਕਲੀ ਇੰਟਰੋਡਕਸ਼ਨ 3 ਸੈਂਟੈਂਸ ਦੇ ਵਿੱਚ ਕੰਪਲੀਟ ਕੀਤੀ ਜਾ ਸਕਦੀ ਹੈ। ਜੋ ਪਹਿਲਾ ਸੈਂਟੈਂਸ ਹੁੰਦਾ ਹੈ ਜੋ ਬੇਸਿਕਲੀ ਫਸਟ ਸੈਂਟੈਂਸ ਹੁੰਦਾ ਹੈ ਇੱਥੇ ਮੈਂਸ਼ਨ ਵੀ ਮੈਂ ਕੀਤਾ ਹੋਇਆ, ਉਹ ਚੂਜ਼ ਕੀਵਰਡ ਬੇਸ 'ਤੇ ਹੁੰਦਾ ਹੈ। ਆਪਾਂ ਆਪਣਾ ਕੁਐਸਚਨ ਪ੍ਰੋਪਰਲੀ ਰੀਡ ਕਰਨਾ ਹੈ ਪੇਪਰ 'ਚ, ਪਹਿਲਾਂ ਉਸ 'ਚੋਂ ਇੱਕ ਕੀਵਰਡ ਫਾਈਂਡ ਆਊਟ ਕਰਨਾ ਹੈ ਅਤੇ ਉਸ ਦੇ ਬੇਸਿਸ 'ਤੇ ਇੱਕ ਜਨਰਲ ਸੈਂਟੈਂਸ ਲਿਖਣਾ ਹੈ ਅਤੇ ਉਹੀ ਆਪਣਾ ਬੇਸਿਕਲੀ ਇੰਟਰੋਡਕਸ਼ਨ ਦਾ ਫਸਟ ਸੈਂਟੈਂਸ ਹੁੰਦਾ ਹੈ। ਮੈਂ ਤੁਹਾਨੂੰ ਇੱਥੇ ਕਲੀਅਰਲੀ ਦੱਸਣ ਜਾ ਰਹੀ ਹਾਂ। ਜੇ ਆਪਾਂ ਉਰੇ ਚੈੱਕ ਕਰੀਏ, ਉਰੇ ਇਸ ਲਾਈਨ ਨੂੰ ਪੜ੍ਹੀਏ, ਪੇਰੈਂਟਸ ਆਰ ਰਿਸਪੌਂਸਿਬਲ ਫॉर द ਚਿਲਡਰਨਸ ਬੈਡ ਬਿਹੇਵੀਅਰ। ਬੇਸਿਕਲੀ ਇੱਥੇ ਚਿਲਡਰਨ ਦੇ ਬੈਡ ਬਿਹੇਵੀਅਰ ਦੀ ਗੱਲ ਹੋ ਰਹੀ। ਪਹਿਲੇ ਵੀ ਉਹ 'ਚੋਂ ਕਹਿ ਰਹੇ ਕਿ ਪੇਰੈਂਟਸ ਰਿਸਪੌਂਸਿਬਲ ਹੈ, ਦੂਜੇ 'ਚੋਂ ਕਹਿ ਰਹੇ ਸਕੂਲ ਰਿਸਪੌਂਸਿਬਲ ਹੈ। ਤਾਂ ਆਪਾਂ ਨੂੰ ਕਲੀਅਰਲੀ ਦਿਖ ਰਿਹਾ ਕਿ ਜੋ ਮੇਜਰ ਕੀਵਰਡ ਹੈ ਉਹ ਚਿਲਡਰਨ ਦਾ ਬੈਡ ਬਿਹੇਵੀਅਰ ਹੈ। ਪਹਿਲਾਂ ਤਾਂ ਆਪਾਂ ਇਹ ਚੂਜ਼ ਕਰ ਲੈਣਾ, ਫਿਰ ਇਹਦੇ ਬੇਸ 'ਤੇ ਕੋਈ ਇੱਦਾਂ ਦਾ ਸੈਂਟੈਂਸ ਚੂਜ਼ ਕਰਨਾ ਹੈ, ਸੋਚਣਾ ਹੈ ਜੋ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਇਸ ਕੁਐਸਚਨ ਨਾਲ ਰਿਲੇਟਡ ਹੋਵੇ, ਕਿਸੇ ਵੀ ਤਰੀਕੇ ਨਾਲ ਰਿਲੇਟਡ ਹੋ ਸਕਦਾ ਹੈ, ਬਟ ਉਹਦੇ 'ਚ ਇਹ ਵਾਲੇ ਵਰਡਸ ਚਾਹੇ ਸਿਨੋਨਿਮ ਦੇ ਤਰੀਕੇ ਨਾਲ ਯੂਜ਼ ਹੋ ਜਾਣ, ਚਾਹੇ ਸਿੱਧਾ ਹੀ ਚਿਲਡਰਨ ਬਿਹੇਵੀਅਰ ਯੂਜ਼ ਕਰ ਲਈ ਆਪਾਂ, ਉਹਦੇ ਅਕੋਰਡਿੰਗ ਉਹ ਬਣਾਉਣਾ ਹੁੰਦਾ। ਹੁਣ ਡਿਫਿਕਲਟ ਲਰਨ ਕਰਨ ਨਾਲੋਂ ਅਗਰ ਇੱਕ ਬੇਸਿਕ ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਇੱਕ ਪੈਟਰਨ ਹੁੰਦਾ। ਕੁਛ ਜਿਹੜੇ ਸੋਸ਼ਲ ਇਸ਼ੂਜ਼ ਹੁੰਦੇ ਨੇ ਜਾਂ ਕੁਛ ਪ੍ਰੋਬਲਮਸ ਹੁੰਦੀਆਂ ਨੇ ਜਾਂ ਪੋਲੀਟੀਕਲ ਇਸ਼ੂਜ਼ ਹੁੰਦੇ ਹੈ, ਕ੍ਰਾਈਮ ਹੈ, ਇੱਦਾਂ ਟੈਕਨੀਕਲ ਕੋਈ ਪ੍ਰੋਬਲਮ ਹੈ, ਇੱਦਾਂ ਦੀ ਚੀਜ਼ਾਂ ਲਈ ਇੱਕ ਬੇਸਿਕ ਜਿਹਾ ਯੂਜ਼ ਕਰ ਲੈਂਦੇ ਹਾਂ ਆਪਾਂ। ਸਟਾਰਟ ਕਿੱਥੋਂ ਹੁੰਦਾ ਹੈ ਇਨ ਦਿਸ ਟੂਡੇਜ਼ ਬਿਜ਼ੀ ਐਂਡ ਮਾਡਰਨ ਵਰਲਡ। ਇਹ ਸਿੰਪਲ ਜਿਹਾ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੇ ਐਕੈਡੈਮਿਕ ਵਾਲੇ ਬੱਚੇ ਹੈ ਉਹਨਾਂ ਨੂੰ ਕਈ ਵਾਰ ਡਿਫਿਕਲਟ ਲੱਗਦਾ ਕਿ ਫਸਟ ਲਾਈਨ ਕੀ ਲਿਖੀਏ, ਜਾਂ ਤਾਂ ਆਪਣੇ ਕੋਲ ਕੁਛ ਲਾਈਨਸ ਪਹਿਲਾਂ ਹੀ ਬਣਾ ਕੇ ਰੱਖ ਲਓ ਚਿਲਡਰਨ ਦੇ ਬੇਸਿਸ 'ਤੇ, ਬਿਹੇਵੀਅਰ ਦੇ ਬੇਸਿਸ 'ਤੇ, ਕ੍ਰਾਈਮ, ਆਰਟ, ਇਸ ਤੋਂ ਬਿਨਾਂ ਹੋਰ ਜਿੰਨੇ ਵੀ ਟੌਪਿਕ ਹੈ, ਟੂਰਿਜ਼ਮ, ਟਰੈਵਲ, ਐਜੂਕੇਸ਼ਨ, ਪੋਲੀਟਿਕਸ, ਹੈਲਥ, ਆਰਟ, ਇੱਦਾਂ ਦੇ ਮਤਲਬ ਕੋਈ ਵੀ ਟੌਪਿਕਸ ਉਹਨਾਂ ਦੇ ਬਣਾ ਕੇ ਰੱਖ ਲਓ ਆਪਣੇ ਕੋਲ ਪਹਿਲਾ ਜਨਰਲ ਸੈਂਟੈਂਸ। ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਕਿ ਜੋ ਤੁਹਾਨੂੰ ਕੁਐਸਚਨ ਮਿਲਿਆ ਹੈ ਉਹਦੀ ਹੀ ਫਾਰਮ 'ਚ ਆਪਣੇ ਕੋਲ ਦੇਖ ਕੇ ਆਪਣਾ ਦਿਮਾਗ ਲਗਾਉਣਾ ਹੁੰਦਾ। ਜਿਵੇਂ ਮੈਂ ਹੁਣ ਕੀ ਬਣਾਉਣ ਲੱਗੀ ਹਾਂ, ਇਸ ਲਈ ਇਨ ਦਿਸ ਟੂਡੇਜ਼ ਬਿਜ਼ੀ ਐਂਡ ਮਾਡਰਨ ਵਰਲਡ children's bad behavior is becoming a very complex phenomena। मतलब बैड बिहेवियर भी यूज़ हो गया, ਆਪਾਂ ਇੱਕ ਜਨਰਲ ਸੈਂਟੈਂਸ ਵੀ ਬਣਾਤਾ। ਤੁਸੀਂ ਉਸ ਚਿਲਡਰਨ ਬੈਡ ਬਿਹੇਵੀਅਰ ਦੀ ਜਗ੍ਹਾ 'ਤੇ ਆਪਣੇ ਕੋਲੋਂ ਕੋਈ ਹੋਰ ਵਰਡ, ਜਿਵੇਂ ਕੋਈ ਹੋਰ ਐਸੇ ਆਇਆ ਹੋਇਆ ਸੀ ਉਸ 'ਚ ਕੋਈ ਹੋਰ ਇਸ਼ੂ ਡਿਸਕਸ ਕੀਤਾ ਗਿਆ ਸੀ ਤਾਂ ਉਹ ਇਸ਼ੂ ਐਜ਼ ਇਟ ਇਜ਼ ਲਿਖ ਸਕਦੇ। ਜਿਵੇਂ ਕ੍ਰਾਈਮ ਆ ਗਿਆ ਸੀ ਤਾਂ ਕ੍ਰਾਈਮ ਲਿਖ ਕੇ ਕ੍ਰਾਈਮ ਇਜ਼ ਕੰਪਲੈਕਸ ਫਿਨੋਮੀਨਾ ਇੱਦਾਂ ਵੀ ਕਰ ਸਕਦੇ। ਤਾਂ ਕੁਝ ਅੱਛੇ ਜਨਰਲ ਸੈਂਟੈਂਸ ਬਣਾਉਣ ਲਈ ਤੁਸੀਂ ਆਪਣਾ ਮੈਥਡ ਯੂਜ਼ ਕਰ ਸਕਦੇ ਹੋ। ਫਸਟ ਮੈਥਡ ਹੈ ਗੂਗਲ ਸਰਚ ਕਰੋ, ਗੂਗਲ 'ਤੇ 9 ਬੈਡ ਐਸੇ ਸਰਚ ਕਰੋ, ਉਹਦੇ ਤੋਂ ਬਣਾ ਸਕਦੇ ਹੋ, ਆਪਣੀ ਡਾਇਰੀ 'ਤੇ ਨੋਟ ਕਰਕੇ ਰੱਖ ਸਕਦੇ ਹੋ। ਦੂਸਰਾ ਆਪਸ਼ਨ ਇਹ ਹੈ
थोड़े नॉवल्स आर्टिकल्स कुछ ना कुछ रोज़ रीड करते रहा करो, ਤੁਹਾਨੂੰ हर चीज़ बारे कुछ अच्छे जनरल सेंटेंस मिल जाते हैं। और ट्राई करो नोट्स बनाओ, उत्थे अपने हर टॉपिक ਲਈ जनरल सेंटेंस लिख के रखो। गूगल इज़ अ बेस्ट ऑप्शन। गूगल ਨੂੰ 3-4-5 ऐसे उधर सेम देखो, ਉਹਦੇ ਤੋਂ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲ ਜਾਂਦਾ। फर्स्ट सेंटेंस ਤਾਂ ਤੁਹਾਡਾ ਆਪਣਾ सेंटेंस हो गया कीवर्ड बेस्ड। जो सैकेंड सेंटेंस ਤੁਸੀਂ लिखना है ਉਸ ਤੁਸੀਂ ਕੀ ਮੈਂਸ਼ਨ ਕਰਨਾ, ਉਹਨੂੰ ਸਟਾਰਟ ਕਰਨਾ ਹੈ। ਪਹਿਲੇ ਜੋ ਪੀਪਲ ਸੋਚਦੇ ਨੇ ਫਿਰ ਦੂਸਰੇ ਵਾਲੇ ਸੋਚਦੇ ਨੇ, ਉਹਨਾਂ ਦੇ ਅਕੋਰਡਿੰਗ। ਤੇ ਪਰ ਲਿਖਣ ਦਾ ਮੈਥਡ ਕੀ ਆ ਫਾਰਮੈਟ ਹੈ, ਜਿਸਨੂੰ ਮੈਂ ਬੋਲਡ ਵਿੱਚ ਕੀਤਾ ਹੋਇਆ ਉਹ ਥੋੜਾ ਫਾਰਮੈਟ ਹੈ, ਔਰ ਇਹ ਥੋੜਾ ਹਰ ਐਸੇ ਲਈ ਯੂਜ਼ ਹੋਏਗਾ। ਜਿਵੇਂ ਹੁਣ ਇਹਦਾ ਫਾਰਮੈਟ ਸਟਾਰਟ ਕਿਵੇਂ ਕਰ ਰਿਹਾ, ਸਮ ਇੰਡੀਵਿਜੂਅਲਸ ਆਰਗਿਊ ਦੈਟ ਤੱਕ ਹੋ ਗਿਆ। ਤੋਂ ਬਾਅਦ ਤੁਸੀਂ ਇੱਥੇ ਆਪਣਾ ਪਹਿਲਾ ਸੈਂਟੈਂਸ ਜੋ ਵੀ ਇਸ ਤੇ ਪਹਿਲੀ ਵੀਡੀਓ ਡਿਸਕਸ ਕੀਤੀ ਹੋਈ ਸੀ ਉਹਨੂੰ ਰੀਵਰਡ ਕਰਨਾ ਹੈ, ਰੀਰਾਈਟ ਕਰਨਾ ਹੈ। ਰੀਵਰਡ ਜਾਂ ਰੀਰਾਈਟ ਕਰਨ ਦਾ ਮਤਲਬ ਸਿਨੋਨਿਮ ਯੂਜ਼ ਕਰ ਲਓ, मतलब ਤੁਸੀਂ ਸੇਮ ਵਰਡਸ ਰਿਪੀਟ ਨਹੀਂ ਕਰਨੇ। ਜਿਵੇਂ ਇੱਥੇ ਲਿਖਿਆ ਪੇਰੈਂਟਸ ਆਰ ਰਿਸਪੌਂਸਿਬਲ ਫॉर ਚਿਲड्रन's ਬੈਡ ਬਿਹੇਵੀਅਰ, ਤੁਸੀਂ ਲਿਖ ਸਕਦੇ ਹੋ ਮਿਸਕੰਡਕਟ ਆਫ ਚਿਲड्रन ਇਜ਼ ਡਿਊ ਟੂ देयर पेरेंट्स। थोड़ा ਤੁਸੀਂ ਅੱਗੇ ਵਿੱਚ ਐਕਟਿਵ ਪੈਸਿਵ ਫਾਰਮ ਚੇਂਜ ਕਰ ਸਕਦੇ ਹੋ, ਕੁਐਸਚਨ ਬੇਸਡ ਬਣਾ ਸਕਦੇ ਹੋ। ਮੇਰੀ ਪ੍ਰੀਵੀਅਸ ਵੀਡੀਓਜ਼ ਜ਼ਰੂਰ ਦੇਖਣਾ, ਮੈਂ ਐਕਸਪਲੇਨ ਕੀਤਾ ਹੋਇਆ ਹੈ ਇੱਕ ਅੱਧਾ ਐਗਜ਼ਾਮਪਲ ਲੈ ਕੇ ਕਿ ਤੁਸੀਂ ਕਿਵੇਂ ਕਰ ਸਕਦੇ ਹੋ। ਇਹ ਤੁਸੀਂ ਰੀਵਰਡ ਕਰਨਾ। ਰੀਵਰਡ ਕਰਨ ਦੇ 2-3 ਮੈਥਡਸ ਨੇ, ਮੈਂ ਇੱਕ ਅਲੱਗ ਸੈਪਰੇਟ ਵੀਡੀਓ ਬਣਾਈ ਸੀ ਪਾर्ट 1 ਇੰਟਰੋਡਕਸ਼ਨ, ਉਸ ਵਿੱਚ ਦੱਸਿਆ ਸੀ ਕਿ ਰੀਵਰਡ ਕਿੱਦਾਂ ਕਰ ਸਕਦੇ। ਕੁਐਸਚਨ ਬੇਸ ਹੋ ਸਕਦਾ ਹੈ, ਸਿਨੋਨਿਮ ਬੇਸ ਹੋ ਸਕਦਾ ਹੈ, ਐਕਟਿਵ ਪੈਸਿਵ ਮੀਨਸ ਜੋ ਲਾਸਟ ਵਰਡ ਹੈ ਉਹਨੂੰ ਅੱਗੇ ਲਿਆਓ, ਜੋ ਫਸਟ ਵਰਡ ਹੈ ਉਹਨੂੰ ਪਿੱਛੇ ਲੈ ਜਾਓ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਚੇਂਜਸ ਕਰ। ਜਾਂ ਫਿਰ ਇਹਨੂੰ ਸਿਨੋਨਿਮ ਜਿਵੇਂ ਰਿਸਪੌਂਸਿਬਲ ਦੀ ਜਗ੍ਹਾ ਤੇ ਡਿਊ ਟੂ ਲਿਖ ਦਿਓ, ਬੈਡ ਬਿਹੇਵੀਅਰ ਦੀ ਜਗ੍ਹਾ ਤੇ ਮਿਸਕੰਡਕਟ ਲਿਖ ਦਿਓ, चिल्ड्रन चलो चिल्ड्रन लिख दो, चाइल्ड लिख दो, ठीक है। पेरेंट्स है, पेरेंट्स ही रहने दो फिलहाल, एक अद्धा वर्ड आप रिपीट भी कर सकते। अगला जो तुसी थर्ड सेंटेंस बनाना है ਇਹਦੇ ਵਿੱਚ ਉਹਦੀ ਸਟਾਰਟਿੰਗ ਤੁਸੀਂ ਕਰਨੀ ਹੈ however others claim that this is your format, ਐਂਡ ਤੁਸੀਂ ਇਹਨੂੰ ਅਗਲੇ ਐਸਐਸ ਵੀ ਯੂਜ਼ ਕਰ ਸਕਦੇ ਹੋ। ਇੰਨੀ ਚੀਜ਼ ਜਦੋਂ ਵੀ ਕੋਈ ਵਿਊ ਬੇਸਡ ਐਸੇ ਆਊਗਾ, 2 ਵਿਊਜ਼ ਆਣਗੇ, ਪਹਿਲੇ ਵਿਊ ਲਈ ਯੂਜ਼ ਕਰ ਲਿਓ ਆਰਗਿਊ ਦੈਟ, ਦੂਸਰੇ ਵਿਊ ਲਈ ਯੂਜ਼ ਕਰ ਲਿਓ ਕਲੇਮ ਦੈਟ। ਅੱਗੇ ਤੁਸੀਂ ਫਿਰ ਰੀਰਾਈਟ ਕਰਨਾ ਸੈਕਿੰਡ ਸੈਂਟੈਂਸ। ਸੈਕਿੰਡ ਸੈਂਟੈਂਸ ਕੀ ਹੈ, ਸਕੂਲਸ ਆਰ ਰਿਸਪੌਂਸਿਬਲ, ਤੁਸੀਂ ਉਹਦੇ ਅਕੋਰਡਿੰਗ ਇਹਦਾ ਆਨਸਰ ਕਰਨਾ ਹੈ। ਹੁਣ ਮੈਂਸ਼ਨ ਕਿਵੇਂ ਕਰਨਾ ਹੈ, ਉਹੀ ਸੇਮ ਚੀਜ਼ ਹੈ, ਤੁਸੀਂ ਉਹਨੂੰ ਹੀ ਰੀਵਰਡ ਕਰਦੇ ਜਾਣਾ ਹੈ। ਰੀਵਰਡ ਕਰਨ ਦੇ ਮੈਥਡਸ ਅਲੱਗ-ਅਲੱਗ ਨੇ, ਕੁਐਸਚਨ ਫਾਰਮ ਹੋ ਸਕਦੀ ਹੈ, ਤੁਸੀਂ ਇਹਨੂੰ ਐਕਟਿਵ ਪੈਸਿਵ ਫਾਰਮ ਕਰ ਸਕਦੇ ਹੋ, ਸਿਨੋਨਿਮ ਬੇਸਡ, ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਹੈ। ਅਗਲਾ ਸੈਂਟੈਂਸ ਹੁੰਦਾ ਫੋਰਥ ਵਨ, ਇਹਦੇ ਵਿੱਚ ਵੈਸੇ ਬੇਸਿਕਲੀ 3 ਲਿਖਦੇ ਹੁੰਦੇ ਆਪਾਂ, ਪਰ ਜਦੋਂ 2 ਵਿਊਜ਼ ਡਿਸਕਸ ਹੁੰਦੀਆਂ ਨੇ ਤਾਂ 2 ਉਹਦੇ ਸੈਂਟੈਂਸ ਹੋ ਜਾਂਦੇ ਨੇ, ਇਸ ਕਰਕੇ ਆਪਣੇ 4 ਸੈਂਟੈਂਸ ਬਣਨਗੇ। ਇਹਦੇ ਵਿੱਚ ਫੋਰਥ ਵਨ ਹੁੰਦਾ ਹੈ ਉਹ ਕੀ ਹੁੰਦਾ ਹੈ, ਉਹ ਐਸੇ ਦੀ ਟਾਈਪ 'ਤੇ ਡਿਪੈਂਡ ਕਰਦਾ ਵੀ ਐਸੇ ਕਿਹੜਾ ਹੈ। ਐਸੇ ਹੁਣ ਆਪਣਾ ਵਿਊ ਜਾਂ ਓਪੀਨੀਅਨ ਬੇਸਡ ਹੈ, ਆਪਾਂ ਇਹਦੇ ਅਕੋਰਡਿੰਗ ਲਿਖ ਸਕਦੇ ਹਾਂ। ਦਿਸ ਸ਼ਾਰਟ ਐਸੇ, ਸ਼ਾਰਟ ਨਹੀਂ ਵੀ ਲਿਖਣਾ ਤੁਹਾਡੀ ਮਰਜ਼ੀ ਹੈ, ਤੁਸੀਂ ਸਿੱਧਾ ਲਿਖ ਸਕਦੇ ਹੋ। ਦਿਸ ਐਸੇ ਵਿਲ ਐਕਸਪਲੋਰ ਬੋਥ ਪਰਸਪੈਕਟਿਵਸ, ਵਿਊਜ਼ ਦੀ ਜਗ੍ਹਾ 'ਤੇ ਆਪਾਂ ਪਰਸਪੈਕਟਿਵਸ ਯੂਜ਼ ਕਰ ਲਿਆ। ਐਂਡ ਦੈਨ ਆਫਰ ਏ ਪਰਸਨਲ ਵਿਊ ਪੁਆਇੰਟ, ਪਰਸਨਲ ਵਿਊ ਪੁਆਇੰਟ ਆਪਾਂ ਯੂਜ਼ ਕੀਤਾ ਓਪੀਨੀਅਨ ਦੀ ਜਗ੍ਹਾ 'ਤੇ। ਐਂਡ ਤੁਸੀਂ ਇਸ ਤਰੀਕੇ ਨਾਲ ਇਹਦੀ ਇੰਟਰੋਡਕਸ਼ਨ ਈਜ਼ੀਲੀ ਬਣਾ ਸਕਦੇ ਹੋ। ਔਰ ਇਹ ਫਾਰਮੈਟ ਜਿੱਥੇ ਵੀ ਮੈਂ ਬ੍ਰੈਕਟਸ ਪਾਏ ਨੇ, ਜਿੱਥੇ ਮੈਂ ਬੋਲਡ ਕੀਤਾ ਹੈ, ਤੁਸੀਂ ਇਸ 'ਚ ਅਪਲਾਈ ਕਰ ਸਕਦੇ ਹੋ। ਬਸ ਜਿੱਥੇ ਬ੍ਰੈਕਟਸ ਪਾਈਆਂ ਹੋਈਆਂ ਛੋਟੀ ਵਾਲੀਆਂ, ਜਿਸ ਤਰ੍ਹਾਂ ਲਿਖਿਆ ਜਿਵੇਂ ਰੀਰਾਈਟ ਦਾ ਫਸਟ ਸੈਂਟੈਂਸ, ਰੀਰਾਈਟ ਦਾ ਸੈਕਿੰਡ ਸੈਂਟੈਂਸ, ਦਿਸ ਸ਼ੁੱਡ ਬੀ ਅ ਲਾਸਟ ਸੈਂਟੈਂਸ, ਇਹ ਤੁਸੀਂ ਆਪਣੇ ਆਪ ਆਈਡੀਆਜ਼ ਇਸ ਕੁਐਸਚਨ ਦੇ ਅਕੋਰਡਿੰਗ ਚੇਂਜ ਕਰ। ਇਸ ਤੋਂ ਬਾਅਦ ਨੈਕਸਟ ਬੋਡੀ ਪੈਰਾਗ੍ਰਾਫਸ ਹੁੰਦੇ ਦੋ ਤਾਂ ਲਿਖਣੇ ਤੁਸੀਂ 3 ਵੀ ਮੈਂਸ਼ਨ ਕਰ ਸਕਦੇ ਹੋ। ਅਗਰ ਆਪਾਂ 2 ਲਿਖਣੇ ਤਾਂ ਉਹਦਾ ਫਾਰਮੈਟ ਕੀ ਹੈ, ਪਹਿਲਾ ਪੈਰਾਗ੍ਰਾਫ ਕਿਵੇਂ ਸਟਾਰਟ ਕਰਨਾ, ਕਿਉਂਕਿ ਆਪਾਂ ਫਸਟ ਵੀਡੀਓ ਡਿਸਕਸ ਕਰਨੀ ਹੈ, ਆਪਾਂ ਉਹਦੇ ਰੀਜ਼ਨਸ ਦੇਣੇ ਹੈ ਕਿ ਤੁਹਾਨੂੰ ਉਹ ਵੀਡੀਓ ਕਿਉਂ ਠੀਕ ਲੱਗਦੀ ਹੈ, ਉਹਦੇ ਵਿੱਚ ਆਪਣੇ ਓਪੀਨੀਅਨ ਪ੍ਰੋਵਾਈਡ ਕਰਨੇ। ਤਾਂ ਆਪਾਂ ਸਟਾਰਟ ਕਰਾਂਗੇ ਦੇਅਰ ਆਰ ਸੈਵਰਲ ਰੀਜ਼ਨਸ ਵਾਈ ਸਮ ਇੰਡੀਵਿਜੂਅਲਸ ਕੰਟੈਂਟ ਦੈਟ। ਇੱਥੇ ਤੱਕ ਤੁਸੀਂ ਸੇਮ ਹਰ ਕੁਐਸਚਨ 'ਚ ਲਿਖ ਸਕਦੇ ਹੋ। ਅੱਗੇ ਤੁਸੀਂ ਫਸਟ ਸੈਂਟੈਂਸ ਨੂੰ ਰਿਪੀਟ ਕਰਨਾ ਹੈ, ਬਟ ਰਿਪੀਟ ਕਰਦੇ ਹੋਏ ਧਿਆਨ ਰੱਖਣਾ ਹੈ ਕਿ ਤੁਸੀਂ ਵਰਡ ਸੇਮ ਹੀ ਯੂਜ਼ ਕਰਨੇ, ਇੱਦਾਂ ਨਾ ਲੱਗੇ ਕਿ ਤੁਸੀਂ ਬਾਰ-ਬਾਰ ਸਭ ਕੁਝ ਕਾਪੀ ਪੇਸਟ ਕਰ ਰਹੇ ਹੋ। ਤਾਂ ਫਸਟ ਸੈਂਟੈਂਸ ਤੁਸੀਂ ਜਦੋਂ ਬਣਾਉਣ ਲੱਗਦੇ ਹੋ ਤੁਸੀਂ ਥੋੜ੍ਹਾ ਜਿਹਾ ਚੇਂਜਿਸ ਕਰ ਸਕਦੇ ਹੋ ਆਪਣੇ ਅਕੋਰਡਿੰਗ। ਬਾਕੀ ਮੈਂ ਅੱਗੇ ਐਂਡ 'ਚ ਹੁਣ ਡਿਸਕਸ ਵੀ ਕਰਾਂਗੀ ਕਿ ਫਸਟ ਸੈਂਟੈਂਸ ਕਿਵੇਂ ਲਿਖਣਾ ਹੈ। ਸੋ ਨੈਕਸਟ ਤੁਸੀਂ ਜੋ ਸੈਂਟੈਂਸ ਬਣਾਉਣਾ ਹੈ ਉਹ 'ਚ ਲਿਖਣਾ ਕਿ ਇਟ ਸੀਮਸ ਅਨਡਿਨਾਏਬਲ ਦੈਟ, ਐਂਡ ਦਿਸ ਪਾਰਟ ਯੂ ਕੈਨ ਯੂਜ਼ ਇਨ ਐਨੀ ਐਸੇ ਆਫ ਵਿਊ ਬੇਸਡ ਐਂਡ ਓਪੀਨੀਅਨ ਬੇਸਡ। ਤੁਸੀਂ ਇਸ ਸੀਮਸ ਅਨਡਿਨਾਏਬਲ ਦੈਟ ਦੇ ਵਿੱਚ ਆਪਣਾ ਆਰਗੂਮੈਂਟ ਲਿਖਣਾ ਹੈ। ਆਰਗੂਮੈਂਟ ਮੀਨਸ ਤੁਸੀਂ ਆਪਣਾ ਪਹਿਲਾ ਰੀਜ਼ਨ ਦੇਣਾ ਹੈ ਕਿ ਤੁਹਾਨੂੰ ਪੇਰੈਂਟਸ ਕਿਉਂ ਰਿਸਪੌਂਸਿਬਲ ਲੱਗਦੇ ਹੈ। ਹਰ ਇੱਕ ਦਾ ਆਪਣਾ ਰੀਜ਼ਨ ਹੋ ਸਕਦਾ, ਜਿਵੇਂ ਇੱਥੇ ਆਪਾਂ ਬੇਸਿਕਲੀ ਜੇ ਇਹ ਕਹਿ ਦਈਏ ਕਿ ਹਾਂ ਕਿ ਜੋ ਚਾਈਲਡ ਹੈ ਉਹ ਫੋਰਮੈਟਿਵ ਈਅਰਸ ਜੋ ਪਹਿਲੇ ਸਾਲ ਹੁੰਦੇ ਨੇ ਉਹ ਬੱਚੇ ਦੇ ਆਪਣੇ ਪੇਰੈਂਟਸ ਨਾਲ ਸਪੈਂਡ ਕਰਦਾ ਹੈ, ਅਤੇ ਉਹੀ
ਟਾਈਮ ਹੁੰਦਾ ਜਦੋਂ ਉਹਦਾ ਕਰੈਕਟਰ ਬਿਲਡਅਪ ਹੋ ਰਿਹਾ ਹੁੰਦਾ, ਉਹਦਾ ਬਿਹੇਵੀਅਰ ਬਿਲਡਅਪ ਹੋ ਰਿਹਾ ਹੁੰਦਾ, ਡਿਵੈਲਪਮੈਂਟਸ ਹੋਈਆਂ ਹੁੰਦੀਆਂ ਨੇ, ਤੇ ਉਸ ਰੀਜ਼ਨ ਕਰਕੇ ਵੀ ਹੋ ਸਕਦਾ ਹੈ ਕਿ ਉਹ ਬੱਚੇ ਦੇ ਵਿੱਚ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਬੈਡਲੀ। ਇੱਥੋਂ ਦੀ ਆ ਸੈਂਟੈਂਸ ਬਣੇਗਾ ਤੁਹਾਡਾ। ਤਾਂ ਪਹਿਲੀ ਲਾਈਨ 'ਚ ਲਿਖ ਸਕਦੇ ਹੋ ਕਿ ਫਸਟ ਰੀਜ਼ਨ ਕਿ ਫੋਰਮੈਟਿਵ ਈਅਰਸ ਪੇਰੈਂਟਸ ਨਾਲ ਬਿਤਾਉਂਦਾ ਹੈ, ਨਾਲ ਦੀ ਨਾਲ ਇੱਕ ਸਪੋਰਟਿੰਗ ਆਈਡੀਆ ਦੇ ਦੋਗੇ ਕਿ ਉਹੀ ਈਅਰਸ ਦੇ ਵਿੱਚ ਤੁਸੀਂ ਸੋ ਲਿਖ ਸਕਦੇ ਹੋ, ਹੈਂਸ ਲਿਖ ਸਕਦੇ ਹੋ, ਬਿਕੋਜ਼ ਲਿਖ ਸਕਦੇ ਹੋ। ਜਦੋਂ ਸਪੋਰਟ ਪ੍ਰੋਵਾਈਡ ਕਰਨਾ ਹੈ ਤੁਸੀਂ 3 ਵਰਡ ਯੂਜ਼ ਕਰ ਸਕਦੇ ਹੋ, ਜਿਵੇਂ ਕਿ ਹੈਂਸ ਹੋ ਗਿਆ, therefore ਲਿਖ ਸਕਦੇ ਹੋ, ਸੋ ਲਿਖ ਸਕਦੇ ਹੋ। ਇਹ ਲਿਖ ਕੇ ਕਿ ਤੁਸੀਂ ਦੱਸਣਾ ਕਿ ਇਹਨੂੰ ਸਪੋਰਟ ਕਰਦਾ ਹੋਇਆ ਆਈਡੀਆ। ਹਾਂ, ਫੋਰਮੈਟਿਵ ਈਅਰਸ ਤੋਂ ਪੇਰੈਂਟਸ ਸਪੈਂਡ ਕਰਦਾ ਹੈ, ਤੇ ਲਿਖਦੀ ਹੋ ਕਿ ਪੇਰੈਂਟਸ ਨਾਲ ਜਿਹੜੇ ਸਪੈਂਡ ਕੀਤੇ ਹੋਏ ਉਹ ਸਾਲ ਹੁੰਦੇ ਨੇ, ਉਹ 'ਚੋਂ ਹੀ ਮੈਕਸਿਮਮ ਡਿਵੈਲਪਮੈਂਟ ਹੋ ਰਹੀ ਹੁੰਦੀ ਹੈ। ਇਹ 1 ਸੈਂਟੈਂਸ ਦਾ ਵੀ ਹੋ ਸਕਦਾ ਹੈ ਜਾਂ ਫਿਰ 2 ਦਾ ਵੀ ਹੋ ਸਕਦਾ। ਸਪੋਰਟਿੰਗ ਆਈਡੀਆ ਐਗਜ਼ਾਮਪਲ ਵੀ ਦੇਖ ਸਕਦੇ ਹੋ, ਤੁਹਾਨੂੰ ਜੇ ਕੋਈ ਲੱਗਦਾ ਫੈਕਟ ਦੇ ਸਕਦੇ ਹੋ ਕਿ ਹਾਂ ਇਹ ਚੀਜ਼ ਤੁਸੀਂ ਇਹ ਚੀਜ਼ ਆਰਟੀਕਲ ਬੇਸਡ ਵੀ ਕਿਸੇ ਪੜ੍ਹੀ ਸੀ ਜਾਂ ਕਿਸੇ ਨੇ ਕਿਹਾ ਵੀ ਹੋਇਆ, ਇੱਦਾਂ ਦਾ ਕੁਛ ਵੀ ਫੈਕਟ ਵੀ ਦੇ ਸਕਦੇ ਹੋ, ਜਾਂ ਕੋਈ ਰੀਅਲ ਲਾਈਫ ਐਗਜ਼ਾਮਪਲ ਲੈ ਸਕਦੇ ਹੋ। ਕੋਈ ਚਾਈਲਡ ਤੁਹਾਨੂੰ ਲੱਗਦਾ ਹੈ ਕਿ ਕੋਈ ਇਹਦਾ ਸਰਵੇ ਹੋਇਆ ਸੀ, ਕੋਈ ਸਰਵੇ ਬੇਸਡ ਐਗਜ਼ਾਮਪਲ ਦੇ ਸਕਦੇ ਹੋ। ਇਹ ਸਭ ਕੁਛ ਤੁਹਾਨੂੰ ਔਨਲਾਈਨ ਨੈਟ 'ਤੇ ਗੂਗਲ ਸਰਚ ਕਰਨ 'ਤੇ ਮਿਲ ਜਾਏਗਾ। ਇਹ ਸਰਵੇ ਜਾਂ ਕੋਈ ਫੈਕਟ ਜਾਂ ਫਿਰ ਕੋਈ ਰਿਲੇਟਡ ਐਗਜ਼ਾਮਪਲ ਤੁਸੀਂ ਖੁਦ ਸਰਚ ਕਰੋਗੇ, ਜਿੰਨਾ ਖੁਦ ਆਪਣਾ ਐਸੇ ਡਿਫਰੈਂਟ ਬਣਾਓਗੇ ਤੁਹਾਨੂੰ ਉਨੀ ਅੱਛੇ ਬਣ ਮਿਲਦੇ ਆ। ਅੱਗੇ ਲਿੰਕ ਟੂ ਦਿਸ ਇਜ਼ ਅ ਫੈਕਟ ਤਾਂ ਤੁਸੀਂ ਇਹ ਲਿਖਤਾ। ਨੈਕਸਟ ਲਾਈਨ ਜਿਵੇਂ ਸਟਾਰਟ ਕਰਨੀ ਹੈ, ਫਸਟ ਰੀਜ਼ਨ ਆਪਾਂ ਦੇਤਾ, ਹੁਣ ਆਪਾਂ ਦੇਵਾਂਗੇ ਸੈਕਿੰਡ ਰੀਜ਼ਨ। ਇੱਥੇ ਤੁਸੀਂ ਮੈਂਸ਼ਨ ਕਰੋਗੇ ਸੈਕਿੰਡ ਰੀਜ਼ਨ। ਸੈਕਿੰਡ ਰੀਜ਼ਨ ਕੀ ਹੋ ਸਕਦਾ ਤੁਹਾਡੇ ਅਕੋਰਡਿੰਗ ਕਿ ਹਾਂ ਪੇਰੈਂਟਸ ਜਿਹੜੇ ਹੁੰਦੇ ਉਹ ਬੱਚੇ ਦੇ ਆਈਡੀਅਲ ਹੁੰਦੇ ਨੇ, ਠੀਕ ਹੈ। ਤੁਸੀਂ ਇਹਦਾ ਸਪੋਰਟਿੰਗ ਆਈਡੀਆ ਕੀ ਦੋਗੇ, ਜਦੋਂ ਆਈਡੀਅਲ ਹੁੰਦੇ ਤੇ ਫਿਰ ਜਿਵੇਂ ਪੇਰੈਂਟਸ ਕਰਨਗੇ ਉਵੇਂ ਉਹ ਕਰਨਗੇ। ਜੇ ਪੇਰੈਂਟਸ ਆਪਸ 'ਚ ਫਾਈਟ ਕਰ ਰਹੇ ਹੈ ਜਾਂ ਫਿਰ ਮਿਸਕੰਡਕਟ ਕਰ ਰਹੇ ਤਾਂ ਬੱਚੇ ਵੀ ਮਿਸਕੰਡਕਟ ਕਰਨਗੇ। ਇਹਨੂੰ ਵੀ 1 or 2 ਸੈਂਟੈਂਸ ਦੇ ਸਕਦੇ ਹੋ। ਕੋਈ ਸਰਵੇ ਤੁਸੀਂ ਇੱਦਾਂ ਦਾ ਪੜ੍ਹਿਆ ਜਿਸ ਪੇਰੈਂਟਸ ਕਰਕੇ ਬੱਚੇ ਦੀ ਬਿਹੇਵੀਅਰ ਚੇਂਜਿਸ ਸੀਗੇ, ਕੋਈ ਤੁਸੀਂ ਫੈਕਟ ਇੱਦਾਂ ਦਾ ਪੜ੍ਹਿਆ ਤੁਸੀਂ ਉਹ ਇੱਥੇ ਮੈਂਸ਼ਨ ਕਰੋ। ਨੈਕਸਟ ਤੁਸੀਂ ਲਿਖੋਗੇ ਵਾਟ ਇਜ਼ ਮੋਰ ਤੁਸੀਂ ਇਹ ਲਿਖ ਸਕਦੇ ਹੋ ਰਾਈਟ ਯੋਰ ਆਰਗੂਮੈਂਟ। ਥਰਡ ਆਰਗੂਮੈਂਟ ਇੱਥੇ ਐਕਸਪਲੇਨ ਕਰਨਾ, ਥਰਡ ਰੀਜ਼ਨ ਐਕਸਪਲੇਨ ਕਰਨਾ ਹੈ। ਥਰਡ ਰੀਜ਼ਨ ਦੇ ਵਿੱਚ ਤੁਸੀਂ ਇਹ ਲਿਖ ਸਕਦੇ ਹੋ ਕਿ ਹਾਂ ਜਿਹੜੇ ਪੇਰੈਂਟਸ ਹੈ ਅੱਜ ਕੱਲ੍ਹ ਬਿਜੀ ਸਕੈਡਿਊਲ ਚੱਲ ਰਹੇ ਨੇ, ਉਹ ਆਪਣੀ ਪੈਸਾ ਅਰਨ ਕਰਨ 'ਚ ਬਿਜ਼ੀ ਨੇ, ਇਸ ਕਰਕੇ ਜਿਹੜੇ ਉਹ ਆਪਣੇ ਬੱਚਿਆਂ ਨੂੰ ਪੂਰਾ ਟਾਈਮ ਨਹੀਂ ਦੇ ਪਾਉਂਦੇ। ਇੱਥੇ ਤੁਸੀਂ ਸਪੋਰਟਿੰਗ ਆਈਡੀਆ ਦੇ ਦੋਗੇ ਹਾਂ ਬਿਜ਼ੀ ਸਕੈਡਿਊਲਸ ਹੈ ਕਰਕੇ ਟਾਈਮ ਨਹੀਂ ਦੇ ਸਕਦੇ, ਟਾਈਮ ਨਾ ਦੇਣ ਕਰਕੇ ਵੀ ਬੱਚਿਆਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਪ੍ਰੋਪਰ ਨਹੀਂ ਹੋ, तो अपना अच्छा टाइम स्पेंड नहीं कर पाते। सो 3 रीज़न देते, 3 सपोर्टिंग आइडियाज़ विद ट्राई करो हर बॉडी पैराग्राफ एक फैक्ट या फिर एग्जाम्पल जरूर दो टू गेट गुड मार्क्स। एग्जाम्पल रियल लाइफ होनी चाहिए, ये नहीं कि आई डिड दिस आई डू दिस। कोई अच्छी कोई फेमस फिगर की एग्जाम्पल होनी चाहिए या कोई सर्वे। हर पैराग्राफ ट्राई करना तो ये चीज़ मैंशन करो, जे नहीं भी मैंशन करोगे इदा भी लिख दो कोई चक्कर नहीं है, बट ट्राई करो फैक्ट एग्जाम्पल या सर्वे जरूर मैंशन कर दो। नैक्सट है बॉडी पैराग्राफ 2 सेम है, बस फॉर्मेट चेंज किया है। ये भी आप दूसरा व्यू डिस्कस करना है कि स्कूल्स रिस्पोंसिबल ने, पर इन लिखने का वे डिफरेंट किया ताकि अपनी रेपूटेशन ना आए। ऑल्दो इट कैन बी प्रोबेबली एग्रीड दैट तक लिख के तुसीं इत्थे दसना कि पेरेंट्स रिस्पोंसिबल है, अदर्स व्यू पॉइंट कैनॉट बी इग्नोर्ड। एक चीज़ याद रखियो ਆਪਾਂ ਨੂੰ ਆਦਤ ਪਈ ਹੋਈ ਹੈ ਕੈਨੋਟ ਨੂੰ ਆਪਾਂ CAN ਕੋਮਾ ਪਾ ਕੇ ਟੀ ਲਿਖਦੇ ਹਾਂ, ਕਾਂਟ ਲਿਖਦੇ ਹਾਂ। ਆਇਲਸ 'ਚ ਇਹ ਚੀਜ਼ ਨਹੀਂ ਚੱਲਦੀ, ਹਰ ਵਰਡ ਕੰਪਲੀਟ ਲਿਖਣਾ ਹੁੰਦਾ, ਕੋਈ ਵੀ ਕੰਟਰੈਕਸ਼ਨ ਨਹੀਂ ਯੂਜ਼ ਕਰਨੀ, ਕੋਈ ਵੀ ਐਬਰੀਵੇਸ਼ਨ ਨਹੀਂ ਯੂਜ਼ ਕਰਨੀ। ਜਿਵੇਂ ਐਕਸੈਕਟਰਾ ਨੂੰ ਵੀ ਆਪਾਂ ETC ਨਹੀਂ ਲਿਖਣਾ ਹੁੰਦਾ, ਇਹਦੇ ਵਿੱਚ ਐਕਸੈਕਟਰਾ ਨੂੰ ਪੂਰਾ ਵਰਡ ਲਿਖਣਾ ਹੈ ਐਕਸੈਕਟਰਾ ਦੇ ਸਪੈਲਿੰਗ ਪ੍ਰੋਪਰ ਲਿਖਣੇ ਨੇ, ਨਾ ਕਿ ETC ਲਿਖਣਾ ਹੈ। ਸ਼ਾਰਟ ਫਾਰਮਸ ਨਹੀਂ ਲਿਖਣੀਆਂ ਹੁੰਦੀਆਂ ਇਸ ਵਿੱਚ, ਇਹ ਤੁਹਾਡੇ ਬੈਂਡ ਘਟਾਉਂਦੀਆਂ ਨੇ। क्योंकि फोरमोस्ट अमंग द रीजन इज पहला रीजन स्टार्ट करना स्कूल क्यों रिस्पोंसिबल ने, ਤੁਹਾਨੂੰ ਕੀ ਲੱਗਦਾ ਕਿਉਂਕਿ ਸਕੂਲ ਹੀ ਤਾਂ ਉਹਨਾਂ ਦੀ ਬੇਸਿਕ ਡਿਵੈਲਪਮੈਂਟ ਕਰਦੇ, ਜੇ ਸਕੂਲ ਦੇ ਵਿੱਚ ਨਹੀਂ ਸਿੱਖ ਰਿਹਾ ਤਾਂ ਇਹਦਾ ਮਤਲਬ ਸਕੂਲ ਹੀ ਰਿਸਪੋਂਸਿਬਲ ਹੈ। ਇੱਥੇ ਲਿਖੋਗੇ ਕਿ ਇਹ ਮੇਜਰ ਪੀਰੀਅਡ ਹੁੰਦਾ ਲਾਈਫ ਦਾ, ਸਕੂਲ ਦੇ ਵਿੱਚੋਂ ਸਿੱਖਦਾ, ਮੋਰਲ ਵੈਲਿਊ ਸਿੱਖਦਾ, ਪਰ ਫਿਰ ਵੀ ਜੇ ਸਕੂਲ ਨਹੀਂ ਪ੍ਰੋਵਾਈਡ ਕਰ ਰਹੇ ਤਾਂ ਉਹ ਚੀਜ਼ ਉਸ ਨੂੰ ਗਲਤ ਹੋ ਰਹੀ ਹੈ, ਤਾਂ ਉਹ ਸਕੂਲ ਕਰਕੇ ਰਿਸਪੋਂਸਿਬਲ ਹੈ। ਟੂ ਐਡ ਟੂ ਦੈਟ ਤੁਸੀਂ ਕੁਛ ਹੋਰ ਰੀਜ਼ਨ ਐਡ ਕਰ ਸਕਦੇ ਹੋ, ਇੱਥੇ ਇਹ ਵੀ ਐਡ ਕਰ ਸਕਦੇ ਹੋ ਕਿ ਹਾਂ ਪੇਰੈਂਟਸ ਚਲੋ ਮੰਨ ਲਿਆ ਰਿਸਪੋਂਸਿਬਲ ਹੈ, ਇਸ ਤੋਂ ਬਿਨਾਂ ਤੁਸੀਂ ਇਹ ਲਿਖ ਸਕਦੇ ਹੋ ਇੱਥੇ
ਜੇ ਸਕੂਲ ਇਹਦਾ ਮਤਲਬ ਇਹ ਹੈ ਕਿ ਸਕੂਲ ਆਪਣੀ ਰਿਸਪੌਂਸਿਬਿਲਿਟੀ ਅਗਰ ਨਹੀਂ ਨਿਭਾ ਪਾ ਰਿਹਾ, ਮੰਨ ਲਓ ਬੱਚੇ ਨੇ ਨਹੀਂ ਬਚਪਨ 'ਚ ਸਿੱਖਿਆ, ਪਰ ਹੁਣ ਤਾਂ ਉਹਦੇ ਕੋਲ ਚਾਂਸ ਹੈ ਸਿੱਖਣ ਦੀ ਸਕੂਲ ਜਾ ਕੇ, ਜੇ ਸਕੂਲ ਫਿਰ ਵੀ ਉਹਨੂੰ ਨਹੀਂ ਚੇਂਜ ਕਰ ਪਾ ਰਿਹਾ, ਤਾਂ ਸਕੂਲ ਦੀ ਹੀ ਗਲਤੀ ਹੈ। ਤੀਸਰਾ, ਤੁਸੀਂ ਇੱਥੇ ਆਰਗੂਮੈਂਟ ਐਕਸਪਲੇਨ ਕਰ ਸਕਦੇ ਹੋ ਕਿ ਕਈ ਵਾਰ ਉਹ ਬੈਡ ਕੰਪਨੀ 'ਚ ਪੈਣਾ ਸ਼ੁਰੂ ਹੋ ਜਾਂਦਾ, ਅਤੇ ਉੱਥੇ ਉਹ ਵੀ ਰੀਜ਼ਨ ਹੋ ਸਕਦਾ ਹੈ ਕਿ ਤੁਹਾਡੀ ਅਕੋਰਡਿੰਗ ਤੁਸੀਂ ਇੱਥੇ ਰੀਜ਼ਨਸ ਐਕਸਪਲੇਨ ਕਰ ਸਕਦੇ ਹੋ। ਬਾਕੀ ਅੱਗੇ ਫਰਦਰ ਐਸੇ ਆਊਗਾ, ਤੁਹਾਨੂੰ ਸਾਰੇ ਰੀਜ਼ਨਸ ਮਿਲ ਜਾਣਗੇ ਇਹਦੇ ਵਿੱਚ, ਉਹਦੀ ਵੀਡੀਓ ਮੈਂ ਪਾਊਂਗੀ। ਫਿਲਹਾਲ ਤੁਸੀਂ ਤਾਂ ਫਾਰਮੈਟ ਦੇਖ ਲਓ ਕਿ ਤੁਸੀਂ ਇੱਦਾਂ 3 ਰੀਜ਼ਨ ਲਿਖਣੇ, ਪਹਿਲੇ ਦੇ ਅੱਗੇ ਫਾਰਮੋਸਟ, ਫਿਰ ਟੂ ਐਡ ਟੂ ਦੈਟ, ਦੈਨ ਇਨ ਐਡੀਸ਼ਨ। ਨੈਕਸਟ ਆਪਾਂ ਡਿਸਕਸ ਕਰਾਂਗੇ ਕੰਕਲੂਜਨ ਬਾਰੇ। ਕੰਕਲੂਜਨ ਦੇ ਵਿੱਚ ਕੀ ਹੈ, ਸਟਾਰਟਿੰਗ ਕਿੱਥੋਂ ਕਰਨੀ ਹੈ, ਇਨ ਕੰਕਲੂਜਨ ਲਿਖ ਸਕਦੇ ਹੋ, ਟੂ ਸਮਰਾਈਜ਼ ਲਿਖ ਸਕਦੇ ਹੋ, ਟੂ ਸਮ ਅਪ ਲਿਖ ਸਕਦੇ ਹੋ, ਇੱਦਾਂ ਕੋਈ ਵੀ ਕਰ ਸਕਦੇ ਹੋ। ਫਿਰ ਤੁਸੀਂ ਲਿਖੋ ਕਿ ਫਰੋਮ ਵਾਟ ਹੈਜ਼ ਬੀਨ ਡਿਸਕਸਡ ਅਬਵ, ਇਟਸ ਬੋਥ ਵਿਊ ਪੁਆਇੰਟ ਦਾ ਲੌਜੀਕਲ ਐਂਡ ਆਫਰ ਰੈਲੀਵੈਂਟ ਸਪੋਰਟ। ਇਹਨੂੰ ਮੈਂਸ਼ਨ ਕਰਨ ਨੂੰ ਆਪਣਾ ਹੋਰ ਮੈਥਡ ਯੂਜ਼ ਕਰ ਸਕਦੇ ਹੋ, ਹੋਰ ਵੋਕੈਬਲਰੀ ਯੂਜ਼ ਕਰ ਸਕਦੇ ਹੋ, ਪਰ ਇਹ ਸਿੰਪਲ ਅਗਰ ਯਾਦ ਰੱਖਣ ਵਾਲੀ ਹੈ, ਐਕੈਡੈਮਿਕ ਵਾਲੇ ਬੱਚਿਆਂ ਲਈ ਇਹ ਬਹੁਤ ਫਾਈਨ ਹੈ। ਫਿਰ ਤੁਸੀਂ ਨੈਕਸਟ ਲਾਈਨ ਐਡ ਕਰ ਸਕਦੇ ਹੋ ਕਿ ਪਰਸਨਲੀ ਆਈ ਬਿਲੀਵ, ਐਂਡ ਜੋ ਓਪੀਨੀਅਨ ਦੋਗੇ, ਓਪੀਨੀਅਨ ਦਿੰਦੇ ਹੋਏ ਤੁਸੀਂ ਦੱਸੋਗੇ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਤੁਹਾਨੂੰ ਜ਼ਿਆਦਾ ਜੋ ਠੀਕ ਲੱਗਦਾ ਉਹਦੇ ਅਕੋਰਡਿੰਗ ਆਪਣਾ ਆਂਸਰ ਕਰੋਗੇ। ਫਿਰ ਐਂਡ 'ਚ ਬਿਕੋਜ਼ ਲਿਖ ਕੇ ਰੀਜ਼ਨ ਦੋਗੇ, ਰੀਜ਼ਨ ਦੇ ਵਿੱਚ ਮਤਲਬ ਤੁਸੀਂ ਦੋਨੋਂ ਹੀ ਆਰਗੂਮੈਂਟਸ, ਦੋਨੋਂ ਹੀ ਪੈਰਾਗ੍ਰਾਫ 'ਚ ਲਿਖੇ ਹੋਏ ਆਰਗੂਮੈਂਟ ਸਮਰਾਈਜ਼ ਕਰਨੇ। तो ये कंक्लूजन द एंड है।